नगर पार्षद का भी कार्य कर रहा हूँ, अपना दायित्व निभा रहा हूँ। परंतु मैं ये कहना चाहता हूँ, अगर कोई ईमानदारी से काम करवाना चाहे तो मेरे को कहाँ मर्जी आप ले जा सकते हो। अगर कोई दूसरी तरफ कोई मोड़ना चाहे तो इतनी उम्र होगी, मैं अभी नहीं मुड़ सकता, क्योंकि पहले नहीं मुड़ा और अब नहीं मुड़ सकता। ਤੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਕਾਫੀ ਬਣੀਆਂ ਹੋਈਆਂ, ਉਹਨਾਂ ਦਾ ਸਹਿਯੋਗ ਕਿੰਨਾ ਕਰਿਆ? ਜਿਵੇਂ ਝੂਲੇ ਲਾਏ ਗਏ ਇੱਥੇ, ਹੋਰ ਪੌਦੇ ਲਾਏ ਗਏ ਆ, ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਸੁਵਿਧਾਵਾਂ ਦਿੱਤੀਆਂ ਗਈਆਂ, ਉਹਦੇ ਵਿੱਚ ਕੋਈ ਸਹਿਯੋਗ ਹੈ ਉਹਨਾਂ ਦਾ? समाज सेवी संस्थाएं आजकल नाम की होकर रह गई है। मैं तो आम लोगों का धन्यवाद करना चाहूँगा जो किसी से जुड़े हुए नहीं है, परंतु यहाँ योग साधना मंदिर में आकर जुड़े हैं। ਘਰੇਲੂ ਕੰਮ ਆ, ਰੋਜੀ ਰੋਟੀ ਜਿਹੜੀ ਤੁਹਾਡਾ ਟੇਲਰ ਦਾ ਕੰਮ ਆ, ਉਹ ਛੱਡ ਕੇ ਤੁਸੀਂ ਇੱਥੇ ਸਾਂਭ ਸੰਭਾਲ ਕਰ ਰਹੇ ਹੋ, ਕੀ ਇਹਦਾ ਤੁਹਾਨੂੰ ਖਰਚਾ ਪਾਣੀ ਦਿੱਤਾ ਜਾਂਦਾ ਕਿ ਨਹੀਂ? ਦੂਜੇ ਤਰਫ ਦੇਖੀਏ ਤਾਂ ਪੈਸੇ ਵੀ ਸਾਰੇ ਇਹ ਤੇ ਜ਼ਿਆਦਾ ਖਾਧੇ ਜਾਂਦੇ ਆ ਨਾ, ਸਮਾਜ ਸੇਵਾ ਦਾ ਜਿਹੜਾ ਕੰਮ ਹੁੰਦਾ, ਵੈਸੇ ਤਾਂ ਵੀ ਖਾਣ ਹੀ ਨਹੀਂ ਦਿੰਦਾ। समाज सेवा के नाम से चाहे आप जितना मर्जी लूट सकते हो, लूट लो। अगर जो हमारी 50 ट्रॉली गिरी, हम 100 भी यहाँ लिख सकते हैं, कोई बड़ी बात नहीं है। परंतु कहीं तो इंसान को इस एक धुरी होती है, धुरी पर भी जो चक्की चलती है तभी आटा उसका बनता है। अगर धुरी हम छोड़ देंगे तो हमारा वो चक्की वाला जो सिस्टम वो खत्म हो जाएगा। तो इसलिए हमें एक धुरी पर रहना अति आवश्यक है। ਸਤਿ ਸ੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਆਜ਼ਾਦ ਆਵਾਜ਼। ਮੈਂ ਪ੍ਰਦੀਪ ਧੁੰਨਾ, ਕੈਮਰਾ ਸਹਿਯੋਗ ਅਨਮੋਲ ਦੇ ਨਾਲ। ਅੱਜ ਇੱਕ ਇਹੋ ਜਿਹੀ ਜਗ੍ਹਾ ਦੇ ਉੱਤੇ ਖੜੇ ਆ ਜਿਹੜੀ ਕਦੇ ਬੀਆਬਾਨ ਹੋਇਆ ਕਰਦੀ ਸੀ। ਇੱਥੋਂ ਲੋਕ ਡਰਦੇ ਹੁੰਦੇ ਸੀ, ਜਿਹੜੇ ਆਸ-ਪਾਸ ਦੇ ਘਰਾਂ ਵਾਲੇ ਆ, ਇੱਥੇ ਲੰਘਣ ਤੋਂ ਡਰਦੇ ਹੁੰਦੇ ਸੀ, ਕਿਉਂਕਿ ਇੱਥੇ ਬਿਲਕੁਲ ਉਜਾੜ ਪਿਆ ਸੀ, ਜੰਗਲ ਬਣਿਆ ਹੋਇਆ ਸੀਗਾ ਬਿਲਕੁਲ। ਕੋਈ ਵੀ ਇੱਥੇ ਇਸ ਤਰ੍ਹਾਂ ਦੀ ਸੁਵਿਧਾ ਨਹੀਂ ਸੀਗੀ ਜਿਹੜੀ ਬਈ ਲੋਕ ਆ ਕੇ ਇੱਥੇ ਬੈਠ ਸਕਣ ਅਤੇ ਲੋਕਾਂ ਦਾ ਜਿਹੜਾ ਡਰ ਆ ਉਹ ਨਿਕਲ ਸਕੇ। ਪਰ ਇੱਥੇ ਹੁਣ ਇਹੋ ਜਿਹਾ ਮਾਹੌਲ ਬਣ ਗਿਆ ਵੀ ਇੱਥੇ ਬੱਚੇ ਖੇਡਣ ਆਉਂਦੇ ਆ, ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਦਿਨ ਇੱਥੇ ਬੱਚੇ ਖੇਡਦੇ ਆ। ਚਾਰ ਚੁਫੇਰੇ ਜਿਹੜੇ ਆ, ਫੁੱਲਾਂ ਦੇ ਬੂਟੇ ਲੱਗੇ ਆ, ਹੋਰ ਕਈ ਤਰ੍ਹਾਂ ਦੀਆਂ ਇੱਥੇ ਸੁਵਿਧਾਵਾਂ ਦਿੱਤੀਆਂ ਗਈਆਂ, ਜਿਵੇਂ ਝੂਲੇ ਵੀ ਲਾਏ ਗਏ ਆ ਇੱਥੇ। ਪਹਿਲਾਂ ਇਸ ਤਰ੍ਹਾਂ ਦੀ ਇੱਥੇ ਕੋਈ ਵੀ ਚੀਜ਼ ਨਹੀਂ ਹੁੰਦੀ ਸੀ ਅਤੇ ਲੋਕ ਆਉਣ ਤੋਂ ਡਰਦੇ ਸੀ, ਪਰ ਹੁਣ ਲੋਕ ਇੱਥੇ ਪਿਕਨਿਕ ਮਨਾਉਣ ਆਉਂਦੇ ਆ, ਘੁੰਮਣ ਫਿਰਨ ਆਉਂਦੇ ਆ। 2 ਟਾਈਮ ਸਵੇਰੇ ਸ਼ਾਮ ਦੁਪਹਿਰੇ, ਅਤੇ ਸਵੇਰ ਦੇ ਟਾਈਮ 'ਤੇ ਇੱਥੇ ਯੋਗਾ ਦੀ ਕਲਾਸ ਵੀ ਲਾਈ ਜਾਂਦੀ ਆ। ਮੰਜੂ ਧਾਨੁਕਾ ਜੀ ਆ ਜਿਹੜੀ ਬਹੁਤ ਵਧੀਆ ਕੰਮ ਕਰ ਰਹੀ ਹੈ, ਇੱਥੇ ਸਪੈਸ਼ਲ ਆ ਕੇ ਉਹਦੇ ਵੱਲੋਂ ਸੁਬਾਹ ਦੇ ਟਾਈਮ ਦੇ ਉੱਤੇ ਇੱਥੇ ਯੋਗਾ ਕਰਵਾਇਆ ਜਾਂਦਾ ਵਾ। ਅਨੇਕਾਂ ਬਿਮਾਰੀਆਂ ਤੋਂ ਦੂਰ ਕੀਤਾ ਜਾਂਦਾ। ਜਿਹੜੇ ਬਜ਼ੁਰਗ ਆ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਯੋਗਾ ਕਰਵਾ ਕੇ ਉਹਨਾਂ ਨੂੰ ਦਵਾਈ ਬੂਟੀ ਤੋਂ ਰਹਿਤ ਕੀਤਾ ਜਾਂਦਾ ਵਾ। ਉਹੀ ਲੈ ਕੇ ਅਤੇ ਅੱਜ ਫਿਰ ਆਏ ਆ ਇੱਥੇ, ਅਤੇ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾਵਾਂਗੇ ਵੀ ਇਹਦੇ ਜਿਹੜੇ ਹੁਣ ਕਰਤਾ ਧਰਤਾ ਵਾ ਕੌਣ ਆ, ਉਹ ਸਮਾਜ ਸੇਵੀ ਲੋਕ ਕੌਣ ਆ ਜਿਨ੍ਹਾਂ ਨੇ ਇਹਦੀ ਸਵਰਗ ਬਣਾਇਆ, ਇਹਨੂੰ ਜਿਹੜਾ ਨਰਕ ਦੇ ਵਿੱਚੋਂ ਨਿਕਲ ਕੇ ਇੱਕ ਸਵਰਗ ਬਣਾਇਆ ਗਿਆ। ਯੋਗ ਸਾਧਨਾ ਮੰਦਿਰ ਐਲਨਾਬਾਦ ਜਿਹੜਾ ਹਨੂੰਮਾਨਗੜ੍ਹ ਰੋਡ 'ਤੇ ਬਣਿਆ ਹੋਇਆ। ਉੱਧਰ ਸ਼ਿਵ ਸ਼ੰਕਰ ਜੀ ਦੀ ਮੂਰਤੀ ਲੱਗੀ ਹੋਈ ਹੈ, ਤੁਹਾਨੂੰ ਉਹ ਵੀ ਦਿਖਾਵਾਂਗੇ। ਪਹਿਲਾਂ ਬਿਲਕੁਲ ਉਹਦੇ ਉੱਤੇ ਜਾਨਵਰ ਬੈਠਦੇ ਸੀ ਆ ਕੇ, ਗੰਦਗੀ ਲੱਗਦੀ ਸੀਗੀ, ਬੇਅਦਬੀ ਹੁੰਦੀ ਸੀ, ਪਰ ਹੁਣ ਉਹ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਬਣਾਇਆ ਗਿਆ। ਉੱਥੇ ਜਿਹੜੇ ਫੁਆਰੇ ਆ ਉਹ ਵੀ ਲਾਏ ਗਏ ਆ। ਉਹ ਤਸਵੀਰ ਆ ਸਾਹਮਣੇ ਸ਼ਿਵ ਸ਼ੰਕਰ ਜੀ ਦੀ, ਅਤੇ ਉੱਥੇ ਬੋਤਲਾਂ ਦੇ ਨਾਲ ਇੱਕ ਵਧੀਆ ਡਿਜ਼ਾਇਨਿੰਗ ਕੀਤੀ ਗਈ ਆ, ਸੁੰਦਰ ਬਣਾਇਆ ਗਿਆ ਉਹਨੂੰ, ਤਾਂ ਕਿ ਲੋਕ ਇੱਥੇ ਆ ਕੇ ਬੈਠ ਸਕਣ, ਬਜ਼ੁਰਗ ਆ ਕੇ ਆਪਦਾ ਟਾਈਮ ਪਾਸ ਆ ਜਿਹੜਾ ਉਹ ਕਰ ਸਕਣ। ਸਾਰਾ ਦਿਨ ਇੱਥੇ ਬਜ਼ੁਰਗ ਆ ਕੇ ਬੈਠ ਕੇ ਆਪਦਾ ਟਾਈਮ ਪਾਸ ਕਰਦੇ ਆ। ਉਸ ਤਸਵੀਰ ਦੇ ਵਿੱਚ ਫੁਆਰੇ ਵੀ ਲਾਏ ਗਏ ਆ ਸਮਾਜ ਸੇਵੀ ਇਹਨਾਂ ਵੱਲੋਂ। ਸੁਭਾਸ਼ ਪ੍ਰੇਮੀ ਜੀ ਆ, ਦਿਆਰਾਮ ਜੀ ਆ, ਉਹ ਆਪਦਾ ਘਰ ਦਾ ਕੰਮ ਬਾਰ ਛੱਡ ਕੇ, ਟੇਲਰ ਦਾ ਕੰਮ ਛੱਡ ਕੇ ਵੀ ਜਿਹੜਾ ਉਹਨਾਂ ਦੀ ਰੋਜੀ ਰੋਟੀ ਆ ਉਹ ਇੱਥੇ ਬੈਠ ਕੇ ਇਹਦੀ ਸਾਂਭ ਸੰਭਾਲ ਜਿਹੜੀ ਪੂਰੀ ਕਰਦੇ ਆ। ਸਵੇਰ ਤੋਂ ਲੈ ਕੇ ਸਵੇਰੇ ਤਕਰੀਬਨ 5 ਵਜੇ ਆਉਂਦੇ ਆ ਅਤੇ ਸ਼ਾਮ ਨੂੰ ਜਾਂਦੇ ਆ 9-10 ਵਜੇ ਜਾ ਕੇ। ਉਸ ਤੋਂ ਬਾਅਦ ਉਹ ਜਿਹੜਾ ਆਪਦਾ ਘਰ ਦਾ ਕੰਮਕਾਰ ਆ ਉਹ ਸੰਭਾਲਦੇ ਆ, ਟੇਲਰ ਦਾ ਕੰਮ ਕਰਦੇ ਆ, ਫਿਰ ਵੀ ਆਪਦੀ ਰੋਜੀ ਰੋਟੀ ਤੋਂ ਪਾਸੇ ਹੋ ਕੇ ਇਸ ਪਾਰਕ ਦੀ, ਇਹ ਪਾਰਕ ਆ ਜਿਹੜਾ ਇਹਦੀ ਸਾਂਭ ਸੰਭਾਲ ਕਰਦੇ ਆ ਪੂਰੀ ਬਿਲਕੁਲ ਵਧੀਆ ਤਰੀਕੇ ਦੇ ਨਾਲ, ਇੱਕ ਘਰ ਵਾਂਗੂ। ਉਹਨਾਂ ਵੱਲੋਂ ਹੀ ਇੱਥੇ ਜਿਹੜੇ ਪੌਦੇ ਲਾਏ ਗਏ ਉਹਨਾਂ ਨੂੰ ਪਾਣੀ ਦਿੱਤਾ ਜਾਂਦਾ, ਉਹਨਾਂ ਦੀ ਦੇਖ ਰੇਖ ਕੀਤੀ ਜਾਂਦੀ ਸਾਰੀ। ਇਹ ਮੂਰਤੀ ਦੀ ਸਜਾਵਟ ਜਿਹੜੀ ਇਸ ਤਰ੍ਹਾਂ, ਬੋਤਲਾਂ ਜਿਹੜੀਆਂ ਉਹ ਬੱਚਿਆਂ ਕੋਲ ਮੰਗਵਾਈਆਂ ਗਈਆਂ, ਲਿਫਾਫਿਆਂ ਦੀਆਂ ਭਰੀਆਂ ਹੋਈਆਂ, ਅਤੇ ਉਹਨਾਂ ਦਾ ਇੱਕ ਡਿਜ਼ਾਇਨ ਬਣਾਇਆ ਗਿਆ ਬਹੁਤ ਵਧੀਆ। ਫੁਆਰੇ ਲਾਏ ਗਏ ਆ। ਹੁਣ ਸ਼ਿਵ ਸ਼ੰਕਰ ਜੀ ਦੀ ਬੇਅਦਬੀ ਆ ਜਿਹੜੀ ਉਹ ਹੁਣ ਹਟੀ ਆ। ਪਹਿਲਾਂ ਇੱਥੇ ਜਾਨਵਰ ਬਹਿੰਦੇ ਸੀ ਕਿਉਂਕਿ ਉੱਤੇ ਦਰਖਤ ਲੱਗੇ ਹੋਏ ਆ, ਬਿੱਠਾਂ ਕਰਦੇ ਸੀ ਅਤੇ ਉਹ ਬੇਅਦਬੀ ਹੁੰਦੀ ਸੀ, ਪਰ ਹੁਣ ਇਹਨੂੰ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਬਣਾਇਆ ਗਿਆ ਵਾ। ਫੁਆਰਾ ਚੱਲਦਾ ਵਾ। ਹੋਰ ਵੀ ਇੱਥੇ ਇੱਕ ਮੋਟਰ ਦੀ ਸੁਵਿਧਾ ਵੀ ਕੀਤੀ ਗਈ ਆ, ਸਟੇਜ ਵੀ ਬਣਾਈ ਗਈ ਆ ਤਾਂ ਕਿ ਜਿਹੜੇ ਪ੍ਰੋਗਰਾਮ ਹੁੰਦੇ ਇੱਥੇ ਉਹ ਵਧੀਆ ਤਰੀਕੇ ਦੇ ਨਾਲ ਹੋ ਸਕਣ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਹੜੇ ਸਮਾਜ ਸੇਵੀ ਆ, ਸੁਭਾਸ਼ ਪ੍ਰੇਮੀ ਜੀ ਆ, ਵਾਰਡ ਨੰਬਰ 3 ਦੇ MC ਆ, ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ। ਮੂਹਰੇ ਲੱਗੇ ਉਹ, ਸਭ ਤੋਂ ਪਹਿਲਾਂ ਉਹਨਾਂ ਨੇ ਸ਼ੁਰੂਆਤ ਕੀਤੀ ਇਹਨੂੰ ਸੁੰਦਰ ਬਣਾਉਣ ਦੀ, ਤਾਂ ਕਿ ਜਿਹੜੇ ਲੋਕ ਇੱਥੇ ਆ ਕੇ ਬੈਠ ਸਕਣ। ਅਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਇੱਕ ਦਿਆਰਾਮ ਜੀ ਆ, ਟੇਲਰ ਦਾ ਕੰਮ ਕਰਦੇ ਆ, ਜਿਹੜੇ ਇਹਦੀ ਸਾਂਭ ਸੰਭਾਲ ਕਰਦੇ ਆ, ਵਧੀਆ ਤਰੀਕੇ ਦੇ ਨਾਲ ਕਰ ਰਹੇ ਆ। ਆਪਦਾ ਕੰਮਕਾਰ ਛੱਡ ਕੇ, ਆਪਦੀ ਰੋਜੀ ਰੋਟੀ ਛੱਡ ਕੇ ਇਹਦੀ ਸਾਂਭ ਸੰਭਾਲ ਕਰ ਰਹੇ ਆ, ਅਤੇ ਸ਼ਹਿਰ ਵਾਸੀਆਂ ਨੂੰ ਵੀ ਪੂਰਾ ਸਹਿਯੋਗ ਮਿਲ ਰਿਹਾ ਵਾ ਅਤੇ ਦੇਣਾ ਵੀ ਚਾਹੀਦਾ ਵਾ।
ਜੋ ਵੀ ਇੱਥੇ ਸੁਵਿਧਾ ਚਾਹੀਦੀ ਆ ਬੱਚਿਆਂ ਨੂੰ ਚਾਹੀਦੀ ਆ ਉਹ ਚੀਜ਼ ਦੀਆਂ ਸੁਵਿਧਾਵਾਂ ਦੇਣੀਆਂ ਚਾਹੀਦੀਆਂ। ਆਓ ਆਪਾਂ ਗੱਲਬਾਤ ਕਰਦੇ ਹਾਂ। ਸੁਭਾਸ਼ ਪ੍ਰੇਮੀ ਜੀ ਆ ਦੋਸਤੋ, ਸਾਡੇ ਨਾਲ ਸੁਭਾਸ਼ ਪ੍ਰੇਮੀ ਜੀ ਆ ਵੀ ਜਿਨ੍ਹਾਂ ਨੇ ਇਸ ਯੋਗ ਸਾਧਨਾ ਮੰਦਿਰ ਦੀ ਜਿਹੜੀ ਕਾਇਆ ਉਹ ਬਦਲੀ ਆ, ਕਿਉਂਕਿ ਪਹਿਲਾਂ ਇਹ ਜੰਗਲ ਸੀਗਾ ਬਿਲਕੁਲ, ਲੋਕ ਡਰਦੇ ਸੀ ਤੇ ਇਹਨਾਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਵਧੀਆ, ਆਪਦਾ ਘਰ-ਬਾਰ ਦਾ ਕੰਮਕਾਰ ਛੱਡ ਕੇ ਇੱਧਰ ਜਿਹੜੀ ਸਾਂਭ ਸੰਭਾਲ ਆ ਉਹ ਕੀਤੀ ਗਈ ਹੈ। ਇੱਥੇ ਪੌਦੇ ਲਾਏ ਗਏ ਆ, ਅਨੇਕਾਂ ਤਰ੍ਹਾਂ ਦੇ ਪੌਦੇ ਆ, ਫੁੱਲਾਂ ਦੇ ਪੌਦੇ ਆ, ਹੋਰ ਵੀ ਆ, ਫਲ ਵੀ ਲੱਗੇ ਹੋਏ ਆ, ਉਹਨਾਂ ਨੂੰ ਉਹ ਵੀ ਪੌਦੇ ਲੱਗੇ ਹੋਏ ਆ। ਤੇ ਪ੍ਰੇਮੀ ਜੀ ਨਾਲ ਗੱਲਬਾਤ ਕਰਾਂਗੇ। ਪ੍ਰੇਮੀ, ਕਿਵੇਂ ਦਿਮਾਗ ਦੇ ਵਿੱਚ ਵਿਚਾਰ ਆਈ ਵੀ ਇੱਕ ਯੋਗ ਸਾਧਨਾ ਮੰਦਿਰ ਆ ਜਿਹੜਾ ਸ਼ਹਿਰ ਦੇ ਵਿੱਚ ਮੇਨ ਬਾਜ਼ਾਰ ਦੇ ਵਿੱਚ ਹੁੰਦਾ ਹੋਇਆ ਇੱਕ ਜੰਗਲ ਬਣਿਆ ਹੋਇਆ, ਕਿਵੇਂ ਵਿਚਾਰ आया भी ਉਹਨੂੰ ਆਪਾਂ ਸੁਧਾਰੀਏ, ਉਹਦੀ देख रेख करिए? देखिए, हमारा जो मकसद है शहर को हरा भरा और सुंदर रखने का था। जिस तरह एक योगी होता है वो अपनी योग करता हुआ, योगी अपना योग करता हुआ आगे की आगे तरफ चलता रहता है, इसी तरह ही हमारा एक सिद्धांत बना हुआ है कि जिस तरह पहले टीम मिशन ग्रीन के हिसाब से पेड़ पौधे लगाए, साफ सफाई की, तो उसी हिसाब से हम देखते हैं भी कौन सी वीरान जगह है, भी वहाँ पर हम और ऐसा कार्य करें, एक जगह को उसका एक असली रूप दें। तो हमें योग साधना मंदिर हमारे साथियों ने सुझाया कि योग साधना मंदिर है एक, वहाँ पर बहुत ज़्यादा ऐसी घास उत्पन्न हो चुकी है जिसके अंदर इंसान नहीं जा सकता और जहरीले जानवर भी पैदा हो चुके हैं। तब यहाँ पर हमने तकरीबन 1 वर्ष पहले आकर यहाँ सफाई का कार्य शुरू किया था। तब हम झाड़ू से सफाई किया करते थे और जो पार्क जो यहाँ पर बने हैं उसके अंदर बड़ी बड़ी घास थी, तो उस घास को काटने के लिए हमें ये भी डर था कि इसके अंदर कहीं जैसे सांप है या कोई और चीज़ है, ये चीज़ ना हो। उसको हमने, अगर कोई था तो उसको मारा नहीं है, एक तरफ उसको करके उसको किनारा किया और हमने धीरे धीरे फिर उस घास को जो काटना शुरू किया। उसके बाद में हमने इसका जो सभी लोगों के साथ मिलकर, कमेटी के साथ मिलकर विचार बनाया क्यों ना इसकी थोड़ी सी कायाकल्प की जाए। तो उस दरमियान हमने इसका थोड़ा थोड़ा जो कायाकल्प करने वाला था वो किया, जैसे शेड बना कर दिया। योग क्लास यहाँ पर शुरू हो गई है, श्रीमती मंजू दानू का योग क्लास लगा रही हैं जो सुबह 5 से 7 बजे चलती है। और जो यहाँ पर पेड़ पौधे अच्छी तरह नहीं थी उनकी हमने छंगाई भी करवाई है और इसके साथ साथ जो एक हर्बल पार्क की तरफ इसको ले जाने की हमारी कोशिश है ताकि प्रत्येक आयुर्वेदिक पौधा यहाँ पर उत्पन्न हो। ਇੱਕ ਚੀਜ਼ ਹੋਰ ਵੀ ਇੱਥੇ ਪਹਿਲਾਂ ਜਿਹੜੇ ਇਹ ਲੋਕ ਇੱਥੇ ਆਸੇ-ਪਾਸੇ ਰਹਿ ਰਹੇ ਆ ਉਹਨਾਂ ਨੂੰ ਪਾਣੀ ਦੀ ਸੁਵਿਧਾ ਹੈ ਨਹੀਂ ਸੀ ਨਾ, ਹੁਣ ਇੱਥੋਂ ਲੋਕ ਭਰ ਕੇ ਲੈ ਕੇ ਜਾਂਦੇ, ਉਹ ਵੀ ਕਿਤੇ ਨਾ ਕਿਤੇ बहुत बड़ा पुण्य का काम। ये हाँ बिल्कुल, ये ना सुबह और शाम यहाँ पर आते हैं तो ये पानी की डिमांड भी करते हैं कि हमें पानी की ज़रूरत है। अगर किसी के शादी का प्रोग्राम हो या और भी कोई प्रोग्राम, तब ये आकर डिमांड करते हैं। तब हमारे यहाँ दयाराम जी जो इसके अंदर मैनेजर नियुक्त किए हुए हैं वो यहाँ पर उनको सुविधा उपलब्ध करवा रही हैं और उनको ना नहीं कर रहे हैं। परंतु हम यही कह रहे हैं अगर जैसे नियमित रूप में आपने लेना है तो यहाँ से सुबह पानी जैसे ही हमारी मोटर चलती है आप ले जा सकते हो, जितना मर्जी ले जा सकें, क्योंकि बार बार चलाने से एक तो बिजली का भी खर्चा ज़्यादा आता है और उसके बाद में भी एक इंसान को इधर उधर फिर भटकना पड़ता है बार बार। एक बार हमने इनको बिल्कुल कह दिया जब भी आपको ज़रूरत ले जाए, परंतु जब ऐसा कोई प्रोग्राम हो चाहे आप सारा दिन चलाते रहें, हमें कोई इतराज़ नहीं। ਦੂਜੇ ਤਰਫ ਦੇਖੀਏ ਤਾਂ ਪੈਸੇ ਵੀ ਸਾਰੇ ਤੇ ਜ਼ਿਆਦਾ ਖਾਦੇ ਜਾਂਦੇ ਆ ਨਾ, ਸਮਾਜ ਸੇਵਾ ਦਾ ਜਿਹੜਾ ਕੰਮ ਹੁੰਦਾ ਵੈਸੇ ਤਾਂ ਕੋਈ ਖਾਣ ਹੀ ਨਹੀਂ ਦਿੰਦਾ। समाज सेवा के नाम से चाहे आप जितना मर्जी लूट सकते हो, लूट लो। हाँ, यहाँ पर अगर जिस तरह हमने भर्ती का कार्य करवाया और भी कार्य करवाया, यहाँ अगर जो हमारी 50 ट्रॉली गिरी हम 100 भी यहाँ लिख सकते हैं, कोई बड़ी बात नहीं है। परंतु कहीं तो इंसान को इस एक धुरी होती है, धुरी पर भी जो चक्की चलती है तभी आटा उसका बनता है। अगर धुरी हम छोड़ देंगे तो हमारा वो चक्की वाला जो सिस्टम वो खत्म हो जाएगा। तो इसलिए हमें एक धुरी पर रहना अति आवश्यक है। चाहे अब मैं नगर पार्षद का भी कार्य कर रहा हूँ, अपना दायित्व निभा रहा हूँ, परंतु मैं ये कहना चाहता हूँ अगर कोई ईमानदारी से काम करवाना चाहे तो मेरे को कहाँ मर्जी आप ले जा सकते हो। अगर कोई दूसरी तरफ कोई मोड़ना चाहे तो इतनी उम्र होगी मैं अभी नहीं मुड़ सकता, क्योंकि पहले नहीं मुड़ा और अब नहीं मुड़ सकता। ਹੁਣ ਇਹਦਾ ਕਾਰਜ ਜਿਹੜਾ ਇੰਨਾ ਪਹੁੰਚ ਗਿਆ ਇੱਥੋਂ ਤੱਕ, ਸਾਰੀ ਸੁਵਿਧਾ ਜਿਹੜੀ ਲੋਕਾਂ ਨੂੰ ਮਿਲ ਰਹੀ ਹੈ, ਹੁਣ ਇਹਦੇ ਵਿੱਚ ਕਮੀਆਂ ਕੀ ਆ ਵੀ ਜਿਹੜੀਆਂ ਮਹਿਸੂਸ ਹੁੰਦੀਆਂ ਵੀ ਆਮ ਲੋਕਾਂ ਨੂੰ ਇਹ ਚੀਜ਼ ਚਾਹੀਦੀ ਹੈ ਇੱਥੇ? इसके अंदर हम जैसे हमारे पास हॉल बने हुए हैं, यहाँ पर कोई भी इंसान आकर यहाँ मीटिंग कर सकता है और आम लोगों के लिए हम एक 2 रूम सेट और बनाने जा रहे हैं ताकि वहाँ पर किस तरह से कोई बाहर का इंसान आता है, कोई रुकना चाहे तो यहाँ पर रुक सकता है।
और कोई जैसे छोटा किसी ने जन्मदिन मनाना है या कोई छोटा प्रोग्राम करना है तो हम यहाँ पर उनको जगह उपलब्ध करवा देते हैं। अब जैसे सावन का महीना चल रहा है, हमारे माता बहनें यहाँ पर वन भोजन के लिए आती है, रोजाना एक दो ग्रुप आता ही रहता है, तो यहाँ पर अच्छी तरह वन भोजन करते हैं और यहाँ उनकी अच्छी सार संभाल भी हम करते हैं, यहाँ आए उनके आओ भक्त करते हैं और अच्छी तरह वो यहाँ पर बैठकर आनंदमय होकर जाते हैं। ਤੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਕਾਫੀ ਬਣੀਆਂ ਹੋਈਆਂ, ਉਹਨਾਂ ਦਾ ਸਹਿਯੋਗ ਕਿੰਨਾ ਕਰਿਆ? ਜਿਵੇਂ ਆ ਝੂਲੇ ਲਾਏ ਗਏ ਇੱਥੇ, ਹੋਰ ਪੌਦੇ ਲਾਏ ਗਏ ਆ, ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਸੁਵਿਧਾਵਾਂ ਦਿੱਤੀਆਂ ਗਈਆਂ, ਉਹਦੇ ਵਿੱਚ ਕੋਈ ਸਹਿਯੋਗ ਹੈ ਉਹਨਾਂ ਦਾ? समाज सेवी संस्थाएं आजकल नाम की होकर रह गई है। मैं तो आम लोगों का धन्यवाद करना चाहूँगा जो किसी से जुड़े हुए नहीं हैं परंतु यहाँ योग साधना मंदिर में आकर जुड़े हैं। हमने बहुत कम यहाँ पर एक वार्षिक फीस रखी है 1200 रुपये सिर्फ। जो भी हमें 1200 रुपये देगा वो इसका सदस्य बनेगा और जो हमें 21,000 रुपये देगा वो आजीवन इसका सदस्य बनेगा। तो उन कार्यों से हमारा यहाँ पर कार्य चल रहा है, उनसे हमारा जो जितना भी यहाँ कार्य हुआ है उनके हिसाब से हुआ है। परंतु कुछ लोग क्या है दिखावे के अंदर पेमेंट हमें बोल देते हैं, कर देते हैं, वो हम उस पर विश्वास नहीं रखते क्योंकि राजनीतिक लोगों का कहना कुछ होता है, करना कुछ होता है। वो कभी बोल देते हैं परंतु उसका भुगतान नहीं करते, तो हम उनसे दूर रहकर आम लोगों का सहयोग ले रहे हैं। ਸਾਡੇ ਨਾਲ ਦਿਆਰਾਮ ਜੀ ਆ ਵੀ ਜਿਹੜੇ ਇਹਦੀ ਦਿਨ ਦੇ ਵਿੱਚ ਪੂਰੀ ਸਾਂਭ ਸੰਭਾਲ ਆ ਜਿਹੜੀ ਉਹ ਕਰਦੇ ਆ, ਪੂਰੀ ਜਿਹੜੀ ਇਹਨਾਂ ਨੂੰ ਸਾਂਭ ਸੰਭਾਲ ਆ ਇਹਨਾਂ ਨੂੰ ਦੇ ਦਿੱਤੀ ਗਈ ਆ। ਇੱਕ ਚੀਜ਼ ਹੋਰ ਵੀ ਆ ਦਿਆਰਾਮ ਜੀ ਬਾਰੇ, ਕਿਉਂਕਿ ਇਹ ਟੇਲਰ ਦਾ ਕੰਮ ਕਰਦੇ, ਆਪ ਦਾ ਕੰਮਕਾਰ ਛੱਡ ਕੇ ਪੂਰਾ ਦਿਨ ਇੱਥੇ ਡਿਊਟੀ ਦੇ ਰਹੇ ਆ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਵੀ ਕਿਵੇਂ ਲੱਗ ਰਿਹਾ ਤੁਹਾਨੂੰ। ਸਰ, ਆਪ ਦਾ ਜਿਹੜਾ ਘਰੇਲੂ ਕੰਮ ਆ, ਰੋਜੀ ਰੋਟੀ ਜਿਹੜੀ ਤੁਹਾਡਾ ਟੇਲਰ ਦਾ ਕੰਮ, ਉਹ ਛੱਡ ਕੇ ਤੁਸੀਂ ਇੱਥੇ ਸਾਂਭ ਸੰਭਾਲ ਕਰ ਰਹੇ ਹੋ, ਕੀ ਇਹਦਾ ਤੁਹਾਨੂੰ ਖਰਚਾ ਪਾਣੀ ਦਿੱਤਾ ਜਾਂਦਾ ਕਿ नहीं? जी, खर्चा पानी जरूर दिया जाता है। यदि खर्चा पानी मैं नहीं लूँगा तो मैं घर का खर्चा कैसे चलाऊँगा? इसलिए मेरे को मंथली यहाँ 8,000 रुपये मिलते हैं और उसी से मैं मेरा काम चलाता हूँ और सेवा में अपना भरपूर सहयोग देता हूँ। सवेरे 4:45 बजे यहाँ आ जाता हूँ और शाम को 8:15 बजे तक यहाँ रहता हूँ। बीच में खाना खाने के लिए एक बार 1 बजे से 3 बजे तक घर जाता हूँ। बाकी समय सारा यहीं बिताता हूँ। जो भी कोई आता है उन्हें जो भी मेरी ज़रूरत होती है, जिस तरह की पूछताछ करनी होती है या कोई सहयोग की ज़रूरत होती है तो उनसे बात कर अपना सहयोग ले सकते हैं। ਇੱਥੇ ਬਜ਼ੁਰਗ ਵੀ ਕਾਫੀ ਆਉਂਦੇ ਹੋਣੇ ਨਾ, ਪਹਿਲਾਂ ਇੱਥੇ ਕੋਈ ਆਉਂਦਾ ਨਹੀਂ ਸੀ ਕਿਉਂਕਿ ਇੱਥੇ ਜੰਗਲ ਬਣਿਆ ਹੋਇਆ ਸੀਗਾ, ਲੋਕਾਂ ਨੂੰ ਡਰ ਸੀਗਾ ਕਿ ਇੱਥੇ ਜਾਨਵਰ ਨਾ ਹੋਵੇ ਜ਼ਹਿਰੀਲਾ। ਹੁਣ ਦੇਖਣ ਨੂੰ ਇਹ ਲੱਗਦਾ ਵੀ ਇੱਥੇ ਬੱਚੇ ਵੀ ਖੇਡ ਰਹੇ ਹੁੰਦੇ ਕਈ ਵਾਰ। हाँ जी, पहले जब मैं आया था यहाँ उस टाइम ये सुनसान सा ही रहता था। अब धीरे धीरे इसमें हर लोग समाज के, शहर के जुड़ रहे हैं और उनके सहयोग से ही सब लोग आ रहे हैं। इसमें काफ़ी परिवर्तन हुआ है, मिट्टी भी डलवाई गई है, पौधे भी लगवाए गए हैं और यहाँ बहुत सी जनानियाँ, अब सावन का मौसम चल रहा है तो यहाँ वन भोजन करने के लिए भी बहुत सी टीमें यहाँ पर पहुँची हैं और उनको मैं अच्छी तरह दरे वगैरह उपलब्ध कराता हूँ, पानी उपलब्ध कराता हूँ। जो भी उन्हें ज़रूरत होती है, किसी को कुर्सी की ज़रूरत होती है तो कुर्सी देता हूँ। वो जब भी अपना प्रोग्राम पूरा करके जाते हैं तो बड़े खुश होकर जाते हैं कि हम यहाँ आकर बड़े ही आनंदित हुए और हम दोबारा इसमें अवश्य पधारा करेंगे। और हम उन्हें योग से जोड़ने के लिए भी कहते हैं। सवेरे यहाँ 4:45 बजे से 7 बजे तक योग होता है, तो जरूर आइए और अपने शरीर को स्वच्छ और सुंदर रखिए, ताकि जब शरीर सही होगा तो ही हम जीवन को आगे भरपूर आनंद से जी सकते हैं। इसके लिए सभी लोग यहाँ पर काफ़ी लोग आते हैं योग करने के लिए भी और घूमने के लिए भी अब काफ़ी लोग आने लगे हैं। बच्चों को हम कुछ समय देते हैं आने के लिए, क्योंकि बच्चे यहाँ शरारतें करते हैं, पौधों वगैरह को नुकसान कर देते हैं, इसलिए उनको टीम वाइज, कर्म वाइज 10-15 बच्चों को आने के लिए अनुमति देते हैं और फिर वो खेल कूद के चले जाते हैं, दूसरों को अनुमति देते हैं, उस हिसाब से बच्चों को रखते हैं। ਇੱਕ ਜਦੋਂ ਇੱਥੇ ਲੋਕ ਆਉਂਦੇ ਹੋਣਗੇ, ਬੱਚੇ ਆਉਂਦੇ ਹੋਣਗੇ, ਆ ਕੇ ਖੇਡਦੇ ਆ, ਬਜ਼ੁਰਗ ਆ ਕੇ ਬੈਠਦੇ ਆ, ਮਨ ਨੂੰ ਸੰਤੁਸ਼ਟੀ ਤਾਂ ਹੁੰਦੀ ਹੋਊ ना भी ਅਸੀਂ ਕੰਮ ਚੰਗਾ ਕਰਿਆ ना? हाँ जी, मैं उनको पूछता हूँ कि यहाँ आकर आपको क्या महसूस हुआ? तो हमें बड़ा ही आनंद महसूस हुआ कि अच्छी जगह है, अच्छे पेड़ पौधे हैं और अच्छी यहाँ हवा मिलती है, बैठने का स्थान अच्छा है, हवा भी अच्छी है, हर तरह से अच्छा बताते हैं और संतुष्ट होकर जाते हैं।
ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਬੱਚਿਆਂ ਨੂੰ ਖਾਸ ਕਰਕੇ ਅਪੀਲ ਆ ਵੀ ਜਦੋਂ ਇੱਥੇ ਖੇਡਣ ਆਉਂਦੇ ਆ ਇਹਨਾਂ ਪੌਦਿਆਂ ਨੂੰ ਨੁਕਸਾਨ ਨਾ ਪਹੁੰਚਾਉਣ, ਫੁੱਲ ਨਾ ਤੋੜਨ, ਕਿਉਂਕਿ ਫੁੱਲ ਤੋੜਨਾ ਸਭ ਤੋਂ ਵੱਡਾ ਪਾਪ ਆ। ਇਹਨਾਂ ਵੱਲੋਂ ਮਿਹਨਤ ਕਰੀ ਗਈ ਆ, ਮਿਹਨਤ ਦੇ ਨਾਲ ਇਹ ਜਿਹੜਾ ਬਗੀਚਾ ਹੈ ਤਿਆਰ ਕੀਤਾ ਗਿਆ ਤਾਂ ਕਿ ਆਪਣੇ ਬੱਚੇ ਆ, ਬਜ਼ੁਰਗ ਆ, ਇੱਥੇ ਆ ਕੇ ਆਪਦਾ ਟਾਈਮ ਪਾਸ ਕਰ ਸਕਣ। ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਤੇ ਸਹਿਯੋਗ ਕਰਨਾ। ਜਿਹੜੀ ਵੀ ਚੀਜ਼ ਦੀ ਇੱਥੇ ਕੋਈ ਜ਼ਰੂਰਤ ਆ, ਕਮੀ ਆ ਬੱਚਿਆਂ ਦੇ ਖੇਡਣ ਲਈ, ਬਜ਼ੁਰਗਾਂ ਦੇ ਬੈਠਣ ਲਈ, ਉਹ ਜ਼ਰੂਰ ਉਪਲਬਧ ਕਰਾਉਣੀ ਚਾਹੀਦੀ ਆ ਤਾਂ ਕਿ ਜਿਹੜਾ ਇਹ ਵਧੀਆ ਤਰੀਕੇ ਦੇ ਨਾਲ ਯੋਗ ਸਾਧਨਾ ਮੰਦਿਰ ਦਾ ਜਿਹੜਾ ਸਿਸਟਮ ਉਹ ਚੱਲ ਸਕੇ। ਧੰਨਵਾਦ।